Yes, 12th class. Today we start some of the important MCQs related with the topic continuity. Okay, so continuity ਦੇ ਨਾਲ ਰਿਲੇਟਡ ਆਪਾਂ ਕੁਝ MCQs ਕਰਾਂਗੇ। ਸੋ ਦੇਖੋ, ਸਭ ਤੋਂ ਪਹਿਲਾਂ ਇਸ ਲਈ ਆਪਾਂ ਨੂੰ ਪਤਾ ਹੋਣਾ ਚਾਹੀਦਾ ਕੰਟੀਨਿਊਟੀ ਕੀ ਹੈ। ਪ੍ਰੀਵੀਅਸ ਵੀਡੀਓਜ਼ ਦੇ ਵਿੱਚ ਤੁਸੀਂ ਕੰਟੀਨਿਊਟੀ ਹੈ ਜਿਹੜੀ ਉਹ ਠੀਕ ਹੈ ਡਿਫਾਈਨ ਕਰਨੀ ਸਿੱਖ ਲੈਣੀ ਹੈ। ਬਹੁਤ ਅੱਛੇ ਤਰੀਕੇ ਦੇ ਨਾਲ ਉਸ ਦੇ ਵਿੱਚ ਸਾਰਾ ਕੁਝ ਹੈ ਜਿਹੜਾ ਉਹ ਤੁਹਾਨੂੰ ਕਰਵਾ ਦਿੱਤਾ ਗਿਆ। ਠੀਕ ਹੈ, ਸੋ ਲੈਟਸ ਸਟਾਰਟ। ਹੁਣ ਦੇਖੋ ਕੰਟੀਨਿਊਟੀ ਕੀ ਹੈ, ਇੱਕ ਆਪਾਂ ਬਰੀਫ ਲੈਂਦੇ ਹਾਂ। ਠੀਕ ਹੈ, ਇਸ ਦਾ ਕੰਟੀਨਿਊਟੀ ਦਾ ਮਤਲਬ ਸੀ ਕਿ ਲਿਮਿਟ x ਕਨਵਰਜਿਸ ਟੂ a ਨੈਗੇਟਿਵ ਯਾਨੀ ਕਿ ਲੈਫਟ ਹੈਂਡ ਲਿਮਿਟ ਐਟ fx ਇਕੁਅਲ ਹੋ ਜਾਵੇ ਰਾਈਟ ਹੈਂਡ ਲਿਮਿਟ ਯਾਨੀ a ਪੋਜ਼ਿਟਿਵ ਆਫ f ਆਫ x ਓਕੇ ਇਕੁਅਲ ਟੂ ਐਟ ਦੈਟ ਪੁਆਇੰਟ ਜਿਹੜੇ ਪੁਆਇੰਟ ਤੇ ਆਪਾਂ ਕੰਟੀਨਿਊਟੀ ਚੈੱਕ ਕਰ ਰਹੇ ਹਾਂ, ਜਿਹੜੀ ਲਿਮਿਟ ਲੈ ਰਹੇ ਹਾਂ। ਠੀਕ ਹੈ ਜੀ, ਸੋ fx ਇੱਕ ਫੰਕਸ਼ਨ ਲਿੱਤਾ, ਡਿਫਾਈਨ ਕਿਹਦੇ ਉੱਤੇ ਜਾਂ ਫਿਰ ਚੈੱਕ ਕਿਹਦੇ ਉੱਤੇ ਕੀਤਾ, a ਦੇ ਉੱਤੇ ਕੀਤਾ। ਸੋ ਲੈਫਟ ਹੈਂਡ ਇਕੁਅਲ ਟੂ ਰਾਈਟ ਹੈਂਡ ਇਕੁਅਲ ਟੂ ਐਟ ਦੈਟ ਪੁਆਇੰਟ। ਠੀਕ ਹੈ, ਜੇ ਤਿੰਨੇ ਇਕੁਅਲ ਨੇ ਤਾਂ ਇਜ਼ ਕੰਟੀਨਿਊਅਸ। ਸੋ ਇਹ ਆਪਾਂ ਕੀ ਬੋਲ ਦਾਂਗੇ, ਕੰਟੀਨਿਊ ਹੈ। ਠੀਕ ਹੈ, ਸੋ ਡਿਸਕਸ ਕਰਦੇ ਹਾਂ ਫਸਟ ਕੁਐਸਚਨ, ਦ ਪੁਆਇੰਟ ਆਫ ਡਿਸਕੰਟੀਨਿਊਟੀ ਆਫ ਦੀ ਫੰਕਸ਼ਨ। ਦੇਖੋ ਹੁਣ ਪੁਆਇੰਟ ਆਫ ਡਿਸਕੰਟੀਨਿਊਟੀ ਲੱਭਣਾ ਆਪਾਂ ਨੇ। ਪੁਆਇੰਟ ਆਫ ਡਿਸਕੰਟੀਨਿਊਟੀ ਆਫ ਦੀ ਫੰਕਸ਼ਨ, ਡਿਸਕੰਟੀਨਿਊਟੀ ਦਾ ਮਤਲਬ ਕਿ ਕੰਟੀਨਿਊਟੀ ਚੈੱਕ ਕਰ ਲਓ। ਠੀਕ ਹੈ ਜੀ, ਇੱਕ ਪਰਟੀਕੂਲਰ ਪੁਆਇੰਟ 'ਤੇ ਜਿਹੜੇ 'ਤੇ ਕਿਹਾ ਗਿਆ ਜੇਕਰ ਉਹ ਕੰਟੀਨਿਊ ਨਹੀਂ ਤਾਂ ਡਿਸਕੰਟੀਨਿਊ ਹੋਊਗਾ। ਠੀਕ ਹੈ ਨਾ, ਹੁਣ ਦੇਖੋ x 1 ਲੈਸ ਦੈਨ 1 x ਇਕੁਅਲ ਟੂ 1 x ਗ੍ਰੇਟਰ ਦੈਨ 1 ਯਾਨੀ ਕਿ 1 'ਤੇ ਚੈੱਕ ਕਰਨੀ ਆਪਾਂ ਨੇ। ਠੀਕ ਹੈ ਜੀ, ਸੋ ਸਭ ਤੋਂ ਪਹਿਲਾਂ ਆਪਾਂ ਕੀ ਕਰਦੇ ਹਾਂ ਇਸ ਸੋਲਿਊਸ਼ਨ ਦੇ ਲਈ, ਸਭ ਤੋਂ ਪਹਿਲਾਂ ਕੀ ਕਰੋ ਬੇਟਾ, ਹੁਣ ਲੈਫਟ ਹੈਂਡ ਲਿਮਿਟ ਦੇਖੋ। ਠੀਕ ਹੈ ਜੀ, ਲੈਫਟ ਹੈਂਡ ਲਿਮਿਟ x ਕਨਵਰਜਿਸ ਟੂ a ਸੀਗਾ, a ਨੈਗੇਟਿਵ ਲੈਫਟ ਹੈਂਡ ਲਿਮਿਟ ਦੇ ਲਈ ਲੈਫਟ ਹੈਂਡ ਲਿਮਿਟ a ਨੈਗੇਟਿਵ ਦਾ ਮਤਲਬ ਕਿ a ਕੀ ਹੈ ਉਰੇ ਕਿਹੜਾ ਪੁਆਇੰਟ ਹੈ 1। ਠੀਕ ਹੈ ਜੀ, 1 ਨੈਗੇਟਿਵ fx ਹੁਣ ਯਾਨੀ ਕਿ ਨੈਗੇਟਿਵ ਦੇ ਲਈ ਦੇਖੋ ਲੈਸ ਦੈਨ 1 ਆ ਤਾਂ ਓਬਵੀਅਸ ਲੈਫਟ ਹੈਂਡ ਲਿਮਿਟ ਇਹੀ ਲਵਾਂਗੇ ਨਾ ਆਪਾਂ, ਲੈਸ ਦੈਨ 1 ਆ ਸਿਖਾਈ ਹੋਈ ਆ ਤੁਹਾਨੂੰ ਇਹੀ ਚੀਜ਼ ਆਪਾਂ ਨੇ ਕਿ ਲੈਸ ਦੈਨ 1 ਯਾਨੀ ਕਿ ਇੱਕ ਤੋਂ ਛੋਟਾ ਜਾ ਰਿਹਾ, ਇਸ ਦਾ ਮਤਲਬ ਆਪਾਂ ਕਿਹੜੀ ਲਿਮਿਟ ਲਵਾਂਗੇ ਬੇਟਾ, ਆਹ ਵਾਲੀ। ਹੁਣ ਉਰੇ ਆਪਣੇ ਕੋਲ ਵੈਲਿਊ ਕੀ ਹੈ, ਫੰਕਸ਼ਨ ਕੀ ਹੈ x+2 ਆ, ਸੋ ਆਪਾਂ x+2 ਪੁੱਟ ਕਰ ਲਓ ਡਾਇਰੈਕਟਲੀ। ਠੀਕ ਹੈ ਜੀ, ਸੋ ਹੁਣ ਆਪਾਂ ਇਹਨੂੰ ਸੋਲਵ ਕਰਾਂਗੇ ਤਾਂ ਕੀ ਆਨਸਰ ਆਊਗਾ ਬੇਟਾ ਤੁਹਾਡਾ, 1 ਪੁੱਟ ਕਰੋ, 1 + 2 = 3, ਸੋ 3 ਆ ਗਈ ਲੈਫਟ ਹੈਂਡ ਲਿਮਿਟ। ਇਸ ਤੋਂ ਬਾਅਦ ਰਾਈਟ ਹੈਂਡ ਲਿਮਿਟ ਦੇਖੋ, ਦੁਬਾਰਾ ਫਿਰ ਤੁਹਾਨੂੰ ਦੱਸ ਰਿਹਾ ਕਿ ਵੀਡੀਓ ਦੇਖ ਲਿਓ ਪ੍ਰੀਵੀਅਸ ਜੇਕਰ ਤੁਹਾਨੂੰ ਨਹੀਂ ਕੰਸੈਪਟ ਕਲੀਅਰ ਕੰਟੀਨਿਊਟੀ ਦਾ। ਠੀਕ ਹੈ, ਇੱਥੇ ਆਪਾਂ ਥੋੜ੍ਹਾ ਜਿਹਾ ਸ਼ਾਰਟਕਟ ਕਰ ਰਹੇ ਹਾਂ, ਸੋ ਉੱਥੇ ਪੂਰਾ ਤੁਹਾਨੂੰ ਡਿਟੇਲ ਦੇ ਵਿੱਚ ਦੱਸਿਆ ਗਿਆ। ਠੀਕ ਹੈ, ਹੁਣ ਰਾਈਟ ਹੈਂਡ ਲਿਮਿਟ ਦੇਖੋ, ਰਾਈਟ ਹੈਂਡ ਕੀ ਕਰਦੇ ਸੀ, ਲਿਮਿਟ x ਕਨਵਰਜਿਸ ਟੂ ਪੁਆਇੰਟ ਕਿਹੜੇ 'ਤੇ ਚੈੱਕ ਕਰ ਰਹੇ ਹਾਂ, 1 'ਤੇ, 1 ਪਲੱਸ ਪੋਜ਼ਿਟਿਵ ਯਾਨੀ ਕਿ 1 ਤੋਂ ਗ੍ਰੇਟਰ, ਕੁਛ ਵੀ ਗ੍ਰੇਟਰ। ਸੋ 1 ਤੋਂ ਗ੍ਰੇਟਰ ਵਾਲੀ ਕੰਡੀਸ਼ਨ ਇੱਥੇ ਆਹ ਵਾਲੀ ਹੈ, ਇਹਦਾ ਮਤਲਬ ਫੰਕਸ਼ਨ ਕਿਹੜਾ ਲਵਾਂਗੇ, x-2 ਲਵਾਂਗੇ ਬੇਟਾ, x-2 ਲੈ ਲਓ। ਹੁਣ 1 ਪੁੱਟ ਕਰੋ ਉਰੇ, ਜਦੋਂ 1 ਪੁੱਟ ਕਰਾਂਗੇ 1 - 2 = -1। ਹੁਣ ਥੋੜ੍ਹਾ ਜਿਹਾ ਧਿਆਨ ਦਿਓ ਕਿ ਆਪਾਂ ਨੂੰ ਐਗਜ਼ੈਕਟ ਪੁਆਇੰਟ ਦੇ ਉੱਤੇ ਕੀ ਆ, ਐਗਜ਼ੈਕਟ ਪੁਆਇੰਟ ਦੇ ਉੱਤੇ ਜਾਂ ਆਪਾਂ ਕਹਿ ਸਕਦੇ ਹਾਂ ਕਿ f(1) ਦੇ ਉੱਤੇ ਆਨਸਰ ਕੀ ਆ ਰਿਹਾ, 0। ਹੁਣ ਜੇ ਤੁਸੀਂ ਧਿਆਨ ਦੇਵੋ ਤਾਂ ਤਿੰਨੇ ਲਿਮਿਟਸ ਦੇਖੋ ਬੇਟਾ, ਲੈਫਟ ਹੈਂਡ ਲਿਮਿਟ, ਰਾਈਟ ਹੈਂਡ ਲਿਮਿਟ ਐਂਡ ਐਟ ਦੈਟ ਪੁਆਇੰਟ ਦੈਟ ਇਜ਼ 1। ਠੀਕ ਹੈ, ਸੋ ਤਿੰਨੇ ਲਿਮਿਟਸ ਨੇ ਜਿਹੜੀਆਂ ਉਹ ਡਿਸਟਿੰਕਟ ਨੇ। ਠੀਕ ਹੈ ਜੀ, ਦੋ ਵੀ ਡਿਸਟਿੰਕਟ ਨੇ ਤਾਂ ਵੀ ਆਪਾਂ ਕਹਿ ਦਾਂਗੇ ਕਿ ਡਿਸਕੰਟੀਨਿਊਟੀ ਪੁਆਇੰਟ ਆ ਗਿਆ। ਸੋ ਡਿਸਕੰਟੀਨਿਊਟੀ ਦਾ ਪੁਆਇੰਟ ਆ ਗਿਆ ਜਿਹੜਾ 1 ਆ। ਠੀਕ ਹੈ, 1 ਦੇ ਉੱਤੇ ਡਿਸਕਸ ਕੀਤਾ ਬਟ ਇਹ ਕੰਟੀਨਿਊਸ ਨਹੀਂ, ਇਸ ਲਈ ਜਿਹੜਾ 1 ਹੈ ਇਹ ਕਿਹੜਾ ਆ ਗਿਆ ਬੱਚੇ, ਪੁਆਇੰਟ ਆਫ ਡਿਸਕੰਟੀਨਿਊਟੀ। ਇਸ ਤੋਂ ਬਾਅਦ ਸੈਕਿੰਡ ਕੁਐਸਚਨ ਦੇਖੋ, ਸੈਕਿੰਡ ਦੇ ਵਿੱਚ ਕੀ ਦਿੱਤਾ ਗਿਆ ਤੁਹਾਨੂੰ, ਇਫ ਦ ਫੰਕਸ਼ਨ fx ਇਕੁਅਲਸ ਟੂ sin 3x/4x ਫੋਰ ਕਿਹਦੇ ਲਈ, x ≠ 0, k ਕਦੋਂ ਹੈ, 4x = 0। ਦੇਖੋ ਇਹ ਇੰਪੋਰਟੈਂਟ ਕੁਐਸਚਨਸ ਨੇ ਜੋ ਸਾਈਨ ਕੌਸ ਵਾਲੇ ਆ ਨਾ, ਟ੍ਰਿਗਨੋਮੈਟ੍ਰਿਕ ਫਾਰਮ ਵਾਲੇ ਇੰਪੋਰਟੈਂਟ ਕੁਐਸਚਨ, ਇਹਨਾਂ ਦੀ ਕੰਟੀਨਿਊਟੀ ਚੈੱਕ ਕਰਨੀ ਹੈ ਜਿਹੜੀ ਆਪਾਂ ਨੇ। ਠੀਕ ਹੈ ਜੀ, ਸੋ ਹੁਣ ਦੇਖੋ ਜੇਕਰ ਆਪਾਂ ਦੇਖੀਏ ਬੇਟਾ ਕਿ x ਦੀ ਵੈਲਿਊ ਕਿਹਦੇ ਉੱਤੇ ਚੈੱਕ ਕਰਨੀ ਹੈ, ਹੁਣ 0 ਦੇ ਉੱਤੇ, ਬਟ ਇੱਥੇ ਤਾਂ ਐਟ ਦੈਟ ਪੁਆਇੰਟ, ਐਟ ਐਗਜ਼ੈਕਟ ਪੁਆਇੰਟ 0 ਕਹਿਤਾ, ਉੱਥੇ ਆਪਣੇ ਕੋਲ ਕੀ ਵੈਲਿਊ ਆ, k ਆ। ਬਟ x ≠ 0 ਦਾ ਕੀ ਮਤਲਬ ਹੈ, ਜੇ ਨੋਟ ਲਿਖਤਾ, ਨੋਟ ਦਾ ਮਤਲਬ ਬੇਟਾ ਹੈ ਕਿ x <0 x > 0, ਨੋਟ ਇਕੁਅਲ ਟੂ ਬਰਾਬਰ ਨਾ ਹੋਵੇ 0 ਦੇ, ਬਟ ਜਾਂ ਤਾਂ ਛੋਟਾ ਵੀ ਹੋ ਸਕਦਾ, ਵੱਡਾ ਵੀ ਹੋ ਸਕਦਾ, ਨੋ ਪ੍ਰੋਬਲਮ। ਇਸ ਲਈ ਲੈਸ ਵੀ ਹੋ ਸਕਦਾ, ਗ੍ਰੇਟਰ ਵੀ ਹੋ ਸਕਦਾ, ਦੋਹਾਂ ਦੇ ਲਈ ਸੇਮ ਫੰਕਸ਼ਨ ਹੀ ਡੀਲ ਕਰਾਂਗੇ। ਠੀਕ ਹੈ ਜੀ, ਦੋਹਾਂ ਦੇ ਲਈ ਸੇਮ ਫੰਕਸ਼ਨ ਹੀ ਡੀਲ ਕਰਾਂਗੇ। ਅੱਗੇ ਸਟੇਟਮੈਂਟ ਪੜ੍ਹੋ, ਇਜ਼ ਕੰਟੀਨਿਊਅਸ। ਠੀਕ ਹੈ ਜੀ, ਇਹ ਕੰਟੀਨਿਊ ਵੀ ਦਿੱਤਾ ਕਿ ਫੰਕਸ਼ਨ ਕੰਟੀਨਿਊ ਆ, ਜੇਕਰ ਕੰਟੀਨਿਊ ਦਿੱਤਾ ਤਾਂ ਇਸ ਤੋਂ ਆਪਾਂ ਇੱਕ ਹੋਰ ਰਿਜ਼ਲਟ ਬਣਾ ਲਓ ਬੇਟਾ, ਜੇ ਕੰਟੀਨਿਊ ਆ ਤਾਂ ਲੈਫਟ ਹੈਂਡ ਲਿਮਿਟ ਇਕੁਅਲ ਹੋਊਗੀ ਰਾਈਟ ਹੈਂਡ ਲਿਮਿਟ ਤੇ, ਉਹ ਇਕੁਅਲ ਹੋਊਗੀ ਐਟ ਦੈਟ ਪੁਆਇੰਟ। ਠੀਕ ਹੈ ਜੀ, ਯਾਨੀ ਕਿ f(0) ਦੇ, ਸੋ ਤਿੰਨੇ ਕੀ ਹੋ ਜਾਣਗੇ, ਇਕੁਅਲ ਹੋ ਜਾਣਗੇ। ਅੱਗੇ ਪੜ੍ਹਦੇ ਹਾਂ ਹੁਣ, ਐਟ ਦਾ ਪੁਆਇੰਟ ਕਿਹੜੇ ਪੁਆਇੰਟ 'ਤੇ ਚੈੱਕ ਕੀਤਾ, 0 'ਤੇ, ਇਹ ਸਾਨੂੰ ਇੱਥੋਂ ਹੀ ਪਤਾ ਲੱਗ ਗਿਆ ਸੀਗਾ ਕਿ 0 'ਤੇ। ਠੀਕ ਹੈ ਜੀ, 0 ਦਿਖਤਾ। ਇਸ ਤੋਂ ਬਾਅਦ ਕਹਿੰਦਾ
की कहा अपन जो मेन क्वेश्चन है दैन द वैल्यू ऑफ के, ठीक है जी, वैल्यू पता करनी है अपन ने के दी बेटा। हुण बहुत ईजी हो गया तुहाडे लई के दी वैल्यू फाइंड आउट करनी, ठीक है जी। रिजल्ट ਜਿਹੜਾ ਹੈਗਾ ਇਹ ਵੀ ਆਪਾਂ ਕਰਾਂਗੇ ਵਿੱਚ, ਰਿਜ਼ਲਟ ਇਹਦੇ ਵਿੱਚ ਯੂਜ਼ ਹੋਏਗਾ ਕੁਐਸਚਨ ਦੇ ਵਿੱਚ। ਸੋ ਆਪਾਂ ਫਸਟਲੀ ਦੇਖੋ ਕਿ ਕੇ ਦੀ ਵੈਲਿਊ ਕਿਵੇਂ ਪਤਾ ਕਰੀਏ। ਹੁਣ ਦੇਖੋ ਲੈਫਟ ਹੈਂਡ ਲਿਮਿਟ ਆ ਚਾਹੇ ਰਾਈਟ ਹੈਂਡ ਲਿਮਿਟ ਆ, ਦੋਨਾਂ ਦੇ ਲਈ ਸੇਮ ਹੀ ਚੀਜ਼ ਹੈ ਨਾ। ਆਪਾਂ ਮੰਨ ਕੇ ਚੱਲਦੇ ਹਾਂ ਕੋਈ ਵੀ ਲਿਮਿਟ, ਸੋ ਆਪਾਂ ਡਾਇਰੈਕਟਲੀ ਲਿਖ ਸਕਦੇ ਹਾਂ ਇਹਨੂੰ, ਲੈਫਟ ਹੈਂਡ ਲਿਖੋ ਰਾਈਟ ਹੈਂਡ ਲਿਖੋ, ਕੋਈ ਦਿੱਕਤ ਨਹੀਂ ਬੇਟਾ, ਠੀਕ ਹੈ ਜੀ। ਸੋ ਲੈਫਟ ਹੈਂਡ ਰਾਈਟ ਹੈਂਡ ਦੋਨੋਂ ਇਕੁਅਲ, ਕਿਹਦੇ ਇਕੁਅਲ, ਐਗਜ਼ੈਕਟ ਦੇ। ਐਗਜ਼ੈਕਟ ਜਿਹੜੀ ਐਟ ਦੈਟ ਪੁਆਇੰਟ ਐਫ ਆਫ 0 ਹੈ ਨਾ, ਇਹ ਆਪਣੇ ਕੋਲ ਕੇ ਦਿੱਤੀ ਹੋਈ ਆ, ਤਿੰਨਾਂ 'ਚ ਵੈਲਿਊ ਪੁੱਟ ਕਰ ਦਿਓ। ਲੈਫਟ ਤੇ ਰਾਈਟ ਦੀ ਜਗ੍ਹਾ 'ਤੇ ਤਾਂ ਮੈਂ ਇੱਕੋ ਵਾਰ ਵੈਲਿਊ ਪੁੱਟ ਕਰ ਸਕਦਾ, ਦੈਟ ਇਜ਼ ਲਿਮਿਟ ਐਕਸ ਕਨਵਰਜਿਸ ਟੂ 0, ਨੈਗੇਟਿਵ ਲਿਖ ਲਓ ਚਾਹੇ ਪੋਜ਼ਿਟਿਵ ਲਿਖ ਲਓ, ਨੋ ਪ੍ਰੋਬਲਮ ਬੇਟਾ, ਠੀਕ ਹੈ ਨਾ। ਚਾਹੇ ਆਪਾਂ ਕੋਈ ਵੀ ਵੈਲਿਊ ਲਿਖ ਸਕਦੇ ਹਾਂ ਇਸ ਲਈ। ਸੋ ਹੁਣ ਆਪਾਂ ਐਫ ਆਫ ਐਕਸ ਦੀ ਵੈਲਿਊ ਕੀ ਪੁੱਟ ਕਰੀਏ, ਰਾਈਟ ਹੈਂਡ ਲਿਮਿਟ ਹੀ ਟੇਕ ਕਰਕੇ ਰੱਖੋ, ਕੋਈ ਪ੍ਰੋਬਲਮ ਨਹੀਂ, ਠੀਕ ਹੈ ਜੀ, ਰਾਈਟ ਹੈਂਡ ਹੀ ਟੇਕ ਕਰਕੇ ਰੱਖੋ। ਹੁਣ ਦੇਖੋ ਸਾਈਨ 3x, ਰਾਈਟ ਹੈਂਡ ਹੀ ਟੇਕ ਕਰ ਲਓ, ਸਾਈਨ 3x ਅਪੋਨ 4x ਪੁੱਟ ਕਰਾਂਗੇ ਇਸ ਦੇ ਲਈ, ਠੀਕ ਹੈ ਨਾ। ਇਹ ਕਿਹਦੇ ਇਕੁਅਲ ਹੋ ਜਾਊਗੀ, F0, F0 ਯਾਨੀ ਐਗਜ਼ੈਕਟ ਦੇ ਉੱਤੇ, ਦੈਟ ਇਜ਼ ਕੇ, ਇਹ ਕੇ ਦੇ ਬਰਾਬਰ ਹੈ, ਠੀਕ ਹੈ। ਹੁਣ ਦੇਖੋ ਇਹ ਵਾਲੀ ਵੈਲਿਊ ਜਿਹੜੀ ਮੈਂ ਇਕੁਅਲ ਕਿਉਂ ਲਿਖੀ ਆ, ਯਾਦ ਹੋਣਾ ਚਾਹੀਦਾ ਕਿਉਂਕਿ ਫੰਕਸ਼ਨ ਕੰਟੀਨਿਊਸ ਗਿਵਨ ਸੀ, ਇਸ ਲਈ ਮੈਂ ਇਕੁਅਲ ਲਿਖ ਲਈ, ਠੀਕ ਹੈ। ਸੋ ਹੁਣ ਆਪਾਂ ਵੈਲਿਊ ਪੁੱਟ ਕਰੋ, ਵੈਲਿਊ ਡਾਇਰੈਕਟਲੀ ਪੁੱਟ ਤਾਂ ਕਰ ਨਹੀਂ ਸਕਦੇ ਕਿਉਂਕਿ ਜੇ 0 ਪੁੱਟ ਕਰਾਂਗੇ ਬੇਟਾ ਨੀਚੇ 0 ਬਣ ਜੂਗਾ, ਜੇ ਨੀਚੇ 0 ਬਣ ਗਿਆ ਤਾਂ ਆਪਣੇ ਕੋਲ ਫੰਕਸ਼ਨ ਨੋਨ ਡਿਫਾਈਨ ਆ ਜਾਣਾ, ਉੱਪਰਲੇ ਦੀ ਕੋਈ ਪ੍ਰੋਬਲਮ ਨਹੀਂ, ਨੀਚੇ ਫੰਕਸ਼ਨ 0 ਆ ਗਿਆ ਤਾਂ ਖਤਮ, ਠੀਕ ਹੈ ਜੀ। ਸੋ ਇਹ ਸੋਲਵ ਨਹੀਂ ਹੋ ਸਕਦਾ ਐਵੇਂ। ਸੋ ਹੁਣ ਆਪਾਂ ਕੀ ਕਰੀਏ, ਹੁਣ ਆਪਾਂ ਰਿਜ਼ਲਟ 'ਤੇ ਉੱਤੇ ਆਉਂਦੇ ਹਾਂ ਬੱਚੇ। ਰਿਜ਼ਲਟ ਦੇਖੋ ਕੀ ਕਹਿ ਰਿਹਾ, ਲਿਮਿਟ ਐਕਸ ਕਨਵਰਜਿਸ ਟੂ 0 ਸਾਈਨ ਐਕਸ ਅਪੋਨ ਐਕਸ। ਜੇਕਰ ਐਵੇਂ ਦੀ ਫੋਰਮ ਹੋਵੇ ਜਿਹੜਾ ਸਾਈਨ ਦੇ ਨਾਲ ਐਂਗਲ ਹੋਵੇ ਅਤੇ ਉਹੀ ਵੈਲਿਊ ਨੀਚੇ ਹੋਵੇ, ਜਿਹੜਾ ਐਂਗਲ ਹੈ ਬੇਟਾ ਧਿਆਨ ਦਿਓ, ਐਂਗਲ ਹੈ ਜਿਹੜਾ ਇਹ ਐਕਸ, ਇਹੀ ਵੈਲਿਊ ਨੀਚੇ ਹੋਵੇ ਸੇਮ, ਠੀਕ ਹੈ। ਦੈਨ ਇਹੀ ਵੈਲਿਊ ਕਨਵਰਟ ਕਰਦੀ ਹੋਵੇ 0 ਨੂੰ, ਦੈਨ ਆਨਸਰ ਹਮੇਸ਼ਾ ਕੀ ਬਣ ਜਾਂਦਾ ਹੁੰਦਾ, 1 ਬਣ ਜਾਂਦਾ ਹੁੰਦਾ, ਠੀਕ ਹੈ ਜੀ। ਕਲੀਅਰ ਹੈ ਇਹ ਗੱਲ ਤਾਂ ਬੇਟਾ। ਟੈਨ ਦੇ ਲਈ ਵੀ ਸੇਮ ਐਪਲੀਕੇਬਲ ਹੈ, ਠੀਕ ਹੈ ਜੀ। ਟੈਨ ਦੇ ਲਈ ਵੀ ਤੁਹਾਨੂੰ ਮੈਂ ਇਹ ਦੱਸਦਾ ਨਾਲ ਰਿਜ਼ਲਟ, ਟੈਨ ਦੇ ਲਈ ਵੀ ਸੇਮ ਐਪਲੀਕੇਬਲ ਹੈ, ਬਟ ਸਾਈਨ ਦੀ ਗੱਲ ਕਰ ਰਹੇ ਹਾਂ ਆਪਾਂ। ਸਾਈਨ ਐਕਸ ਅਪੋਨ ਐਕਸ ਇਕੁਅਲ ਟੂ 1, ਕਿਉਂ, ਜੇਕਰ ਐਕਸ ਕਨਵਰਜਿਸ ਟੂ 0। ਸੋ ਹੁਣ ਇਹ ਰਿਜ਼ਲਟ ਐਪਲੀਕੇਬਲ ਕਰੋ ਇਸ ਦੇ ਉੱਤੇ ਬੇਟਾ, ਕਿਵੇਂ ਐਪਲੀਕੇਬਲ ਹੋ ਸਕਦਾ, ਦੇਖੋ ਲਿਮਿਟ ਐਕਸ ਕਨਵਰਜਿਸ ਟੂ 0। ਹੁਣ ਜੇ ਤੁਸੀਂ ਧਿਆਨ ਦਿਓ ਤਾਂ ਜਿਹੜਾ 4 ਆ ਉਹ ਤਾਂ ਕੌਂਸਟੈਂਟ ਹੈ ਨਾ, 1/4 ਦੀ ਫੋਰਮ 'ਚ ਆ, ਇਹਨੂੰ ਤਾਂ ਬਾਹਰ ਕੱਢ ਲਓ ਬੇਟਾ, ਨੋ ਪ੍ਰੋਬਲਮ, 1/4 ਬਾਹਰ ਆ ਜਾਊਗਾ, ਕੋਈ ਪ੍ਰੋਬਲਮ ਨਹੀਂ, ਠੀਕ ਹੈ। ਮੇਰੇ ਕੋਲ ਕੀ ਬਚਿਆ, ਸਾਈਨ 3x ਅਪੋਨ x ਇਕੁਅਲ ਟੂ ਕੇ। ਹੁਣ ਦੇਖੋ ਹੁਣ ਮੈਨੂੰ ਕੀ ਚਾਹੀਦਾ, ਜੇ ਉਰੇ 3x ਹੈ ਬੇਟਾ ਤਾਂ ਇੱਥੇ ਵੀ 3x ਬਣ ਜਾਵੇ, ਠੀਕ ਹੈ ਜੀ। ਇੱਥੇ ਵੀ ਕੀ ਬਣ ਜਾਵੇ ਤੁਹਾਡੇ ਕੋਲ, 3x ਬਣ ਜਾਵੇ। ਜੇ ਮੇਰੇ ਕੋਲ ਇੱਥੇ 3x ਹੈ ਇੱਥੇ ਵੀ 3x ਬਣ ਜਾਵੇ। ਹੁਣ ਮੈਂ ਕੀ ਕਰੂੰਗਾ, 3 ਦੇ ਨਾਲ ਉਰੇ ਮਲਟੀਪਲਾਈ, ਠੀਕ ਹੈ ਜੀ, 3 ਦੇ ਨਾਲ ਉੱਪਰ ਮਲਟੀਪਲਾਈ ਕਰਵਾ ਦਿੰਦੇ ਹਾਂ, ਮਲਟੀਪਲਾਈ ਐਂਡ ਡਿਵਾਈਡ, ਠੀਕ ਹੈ ਜੀ। ਆਪਾਂ ਇੱਥੇ ਵੀ 3 ਕਰ ਦਿੰਦੇ ਹਾਂ ਅਤੇ ਉਸ ਤੋਂ ਬਾਅਦ ਆਪਾਂ ਕੀ ਕਰ ਦਿੰਦੇ ਹਾਂ, ਇੱਥੇ ਵੀ 3 ਕਰ ਦਿੰਦੇ ਹਾਂ, ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਲਿਮਿਟ ਐਕਸ ਕਨਵਰਜਿਸ ਟੂ 0, ਇੱਥੇ ਵੀ 3 ਲਿਖਤਾ ਆਪਾਂ ਨੇ, ਸਾਈਨ 3x ਅਪੋਨ 'ਚ ਵੀ 3x ਲਿਖਤਾ ਇਕੁਅਲ ਟੂ ਕੇ। ਇੱਥੇ ਤੱਕ ਪਹਿਲਾਂ ਦੇਖੋ, ਠੀਕ ਹੈ ਜੀ। ਆਹ ਸਟੈਪ ਤੱਕ ਆਪਾਂ ਨੂੰ ਸਮਝ ਆ ਜਾਣਾ ਚਾਹੀਦਾ। ਆਹ ਸਟੈਪ ਤੋਂ ਬਾਅਦ ਬਹੁਤ ਈਜ਼ੀ ਹੋ ਜਾਏਗਾ ਕੁਐਸਚਨ। ਹੁਣ ਆ ਵੀ ਕੌਂਸਟੈਂਟ ਬਣ ਗਈ ਨਾ ਵੈਲਿਊ ਤੁਹਾਡੇ ਕੋਲ। ਹੁਣ ਜੇਕਰ ਇਹ ਵੈਲਿਊ ਬੇਟਾ ਤੁਹਾਡੇ ਕੋਲ ਕੌਂਸਟੈਂਟ ਵੈਲਿਊ ਬਣ ਗਈ, ਦੈਨ ਆਪਾਂ ਕੀ ਕਰੀਏ ਹੁਣ ਨੈਕਸਟ ਆਪਾਂ ਦੇਖਦੇ ਹਾਂ, ਜੇਕਰ ਕੌਂਸਟੈਂਟ ਵੈਲਿਊ ਤੁਹਾਡੇ ਕੋਲ ਬਣ ਜਾਂਦੀ ਹੈ ਤਾਂ ਆਪਾਂ 1/4 ਤਾਂ ਲਿਖਿਆ ਹੀ ਹੋਇਆ ਅੱਗੇ, ਆ 3 ਵੀ ਤਾਂ ਬਾਹਰ ਆ ਸਕਦਾ ਲਿਮਿਟ ਤੋਂ, 3/4 ਲਿਖ ਲਓ। ਲਿਮਿਟ ਐਕਸ ਕਨਵਰਜਿਸ ਟੂ 0 ਅਤੇ ਉਸ ਤੋਂ ਬਾਅਦ ਸਾਈਨ 3x ਅਪੋਨ 3x ਇਕੁਅਲ ਟੂ ਬੇਟਾ ਕੇ, ਠੀਕ ਹੈ ਜੀ। ਹੁਣ ਇਹ ਚੀਜ਼ ਆਪਾਂ ਧਿਆਨ ਦੇ ਨਾਲ ਦੇਖੋ, ਇਕੁਅਲ ਟੂ ਕੀ ਆ ਗਿਆ ਤੁਹਾਡੇ ਕੋਲ, ਕੇ ਆ ਗਿਆ, ਠੀਕ ਹੈ ਬੇਟਾ। ਇੱਥੇ ਤੱਕ ਆਪਣਾ ਕੰਪਲੀਟ ਹੋਣ ਤੋਂ ਬਾਅਦ ਹੁਣ ਆਪਾਂ ਇਸ ਨੂੰ 1 ਬਣਾ ਦਾਂਗੇ, ਠੀਕ ਹੈ ਜੀ। 1 ਕਿਵੇਂ ਬਣਾਈਏ ਆਪਾਂ, ਹੁਣ ਇਹ ਵੀ ਗੱਲ ਦੇਖੋ ਨਾ, ਉਰੇ ਗੱਲ ਹੈ ਐਕਸ ਆ, ਐਕਸ ਤੇ ਹੁਣ ਦੇਖੋ ਬੱਚੇ ਐਕਸ ਹੀ ਟੈਂਡ ਕਰ ਰਿਹਾ 0 ਨੂੰ। ਇਹਦਾ ਮਤਲਬ ਕੀ ਆ ਕਿ ਐਕਸ ਕਿਹਦੇ ਵੱਲ ਨੂੰ ਜਾ ਰਿਹਾ ਬੇਟਾ, 0 ਵੱਲ ਨੂੰ। ਐਕਸ ਮੰਨ ਲਓ ਕੋਈ ਵੀ ਵੈਲਿਊ ਹੋ ਸਕਦੀ ਹੈ, ਮੈਨੇ ਸਿਰਫ 20 to infinity ਦੇ ਵਿੱਚੋਂ, ਠੀਕ ਹੈ। ਉਹ ਵੈਲਿਊ ਕਿਹਦੇ ਵੱਲ ਨੂੰ ਜਾ ਰਹੀ ਹੈ, 0 ਦੇ ਵੱਲ ਨੂੰ ਜਾ ਰਹੀ ਹੈ। ਸੋ ਜੇਕਰ 0 ਦੇ ਵੱਲ ਨੂੰ ਜਾ ਕੇ ਇੱਕ ਤਰੀਕੇ ਦੀ 0 ਹੀ ਬਣ ਰਹੀ ਹੈ, ਠੀਕ ਹੈ ਜੀ, ਬਹੁਤ ਜ਼ਿਆਦਾ ਛੋਟੀ ਵੈਲਿਊ ਜਿਹੜੀ ਆਪਣੇ ਕੋਲ 0 ਹੀ ਬਣ ਰਹੀ ਆ। ਸੋ ਉਹ ਵੀ ਅਸਾਂ ਨਾਲ ਜਿਹੜਾ ਮਰਜ਼ੀ ਕੌਂਸਟੈਂਟ, ਜੇਕਰ ਐਕਸ 0 ਨੂੰ ਅਟੈਂਡ ਕਰ ਰਿਹਾ ਹੈ, ਨਾਲ ਜੋ ਮਰਜ਼ੀ ਕੌਂਸਟੈਂਟ ਲਗਾ ਦਿਓ, ਠੀਕ ਹੈ, ਉਹ ਵੀ ਤਾਂ 0 ਨੂੰ ਅਟੈਂਡ ਕਰ ਜੂਗਾ ਤੁਹਾਡੇ ਕੋਲ। ਸੋ ਨਾਲ ਜੇ ਆਪਾਂ 3x ਵੀ ਲਗਾ ਲੈਂਦੇ ਹਾਂ, ਨੋ ਪ੍ਰੋਬਲਮ। ਕੌਂਸਟੈਂਟ ਦੇਖੋ ਐਕਸ ਦੀ ਵੈਲਿਊ ਮੰਨ ਲਓ ਫੋਰ ਐਗਜ਼ਾਮਪਲ 0 ਆ, ਤਾਂ ਇਸ ਦੇ ਨਾਲ ਜੋ ਮਰਜ਼ੀ ਕੌਂਸਟੈਂਟ ਲਗਾਈ ਚੱਲੋ ਵਿੱਚ, ਇਹਨੇ 0 ਹੀ ਕਰ ਦੇਣਾ ਸਾਰਾ ਕੁਝ, ਠੀਕ ਹੈ ਨਾ। ਸੋ ਆਪਣੇ ਕੋਲ ਇਹ ਚੀਜ਼ ਬਣ ਜਾਏਗੀ। ਬਾਕੀ ਆਪਾਂ ਪੁਟਿੰਗ ਕਰਕੇ ਵੀ ਕਰ ਸਕਦੇ ਹਾਂ, ਠੀਕ ਹੈ ਜੀ। ਤੁਸੀਂ MCQ ਦੇ ਲਈ ਤਾਂ ਇਹੀ ਚੀਜ਼ ਯਾਦ ਰੱਖਣੀ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਡਿਟੇਲ ਡਿਸਕ੍ਰਿਪਸ਼ਨ ਹੈ ਜਿਹੜੀ ਉਹ ਤੁਹਾਨੂੰ, ਠੀਕ ਹੈ ਜੀ, ਵੀਡੀਓਜ਼ ਦੇ ਵਿੱਚ ਪਹਿਲੀਆਂ 'ਚ ਮਿਲ ਜੂਗੀ। ਹੁਣ ਦੇਖੋ 3/4, ਇਸ ਤੋਂ ਬਾਅਦ ਹੁਣ ਆਹ ਸਾਰੀ ਫੋਰਮ ਇੱਕੋ ਜਿਹੀ ਬਣ ਗਈ, ਜਿਹੜੀ 1 ਕਹਿ ਰਹੀ ਹੈ ਆਪਾਂ ਨੂੰ 1 ਬਣ ਜੂਗੀ।
इक्वल्स टू के, ठीक है जी। आंसर की आया के इक्वल टू 3/4। हुण चैक कर लो भी 3/4 कोई है सी अपने को ऑप्शन, यस 3/4 ऑप्शन बी। सो ऑप्शन बी इज़ करैक्ट, ठीक है। क्वेश्चन नंबर 3। हुण इस तो बाद आपां थर्ड देखते हैं बच्चे। थर्ड क्वेश्चन की कह रहा है द फंक्शन एफ एक्स इक्वल टू साइन एक्स अपॉन एक्स प्लस कॉस एक्स। ਹੁਣ ਦੇਖੋ ਆਹ ਚੀਜ਼ ਹੈ ਜਿਹੜਾ ਸਾਈਨ ਐਕਸ ਅਪੋਨ ਐਕਸ ਪਲੱਸ ਕੋਸ ਐਕਸ, ਇਹ ਕਦੋਂ ਆ ਜਦੋਂ ਐਕਸ ਨੋਟ ਜ਼ੀਰੋ ਹੁਣ ਦੱਸਣ ਦੀ ਜ਼ਰੂਰਤ ਨਹੀਂ ਮੈਨੂੰ, ਠੀਕ ਹੈ, ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਐਕਸ ਲੈਸ ਦੈਨ ਜ਼ੀਰੋ ਐਕਸ ਗ੍ਰੇਟਰ ਦੈਨ ਜ਼ੀਰੋ, ਯਾਨੀ ਲੈਫਟ ਹੈਂਡ ਐਂਡ ਰਾਈਟ ਹੈਂਡ ਦੋਨਾਂ ਦੇ ਲਈ ਆਹ ਚੀਜ਼ ਫੋਲੋ ਕਰ ਜੂਗੀ, ਠੀਕ ਹੈ ਜੀ, ਹੋਲਡ ਕਰ ਜੂਗੀ। ਸੋ ਕੇ ਕਦੋਂ ਹੋਊਗਾ ਜਦੋਂ ਐਗਜ਼ੈਕਟ ਪੁਆਇੰਟ ਦੇ ਉੱਤੇ ਆਪਾਂ ਦੇਖਾਂਗੇ, ਠੀਕ ਹੈ ਜੀ। ਸੋ ਸੋਲੂਸ਼ਨ ਕਰਦੇ ਹਾਂ ਇਸ ਦਾ। ਸੋਲੂਸ਼ਨ ਕਿਵੇਂ ਕਰਾਂਗੇ? ਸੋ ਲੈਫਟ ਹੈਂਡ ਲਿਮਿਟ ਤੇ ਰਾਈਟ ਹੈਂਡ ਲਿਮਿਟ ਕੰਟੀਨਿਊ ਕਹਿ ਰਿਹਾ ਇਹ ਬੇਟਾ x ਇਕੁਅਲ ਟੂ 0 ਦੇ ਉੱਤੇ। ਇਸ ਦਾ ਮਤਲਬ ਕੀ ਹੈ? ਫਾਈਂਡ ਵੈਲਿਊ k ਦੀ ਕਰਨੀ ਹੈ, ਸੇਮ ਕੁਐਸਚਨ ਹੈ ਪਹਿਲਾ ਵਰਗਾ, ਠੀਕ ਹੈ ਜੀ। ਸੋ ਲੈਫਟ ਹੈਂਡ ਲਿਮਿਟ ਚੈੱਕ ਕਰੋ ਸਭ ਤੋਂ ਪਹਿਲਾਂ ਆਪਾਂ, ਉਸ ਤੋਂ ਬਾਅਦ ਰਾਈਟ ਹੈਂਡ ਕਰੋ, ਉਸ ਤੋਂ ਬਾਅਦ f ਐਗਜ਼ੈਕਟ ਦੇ ਉੱਤੇ ਕਰੋ। ਸਾਰੀਆਂ ਸੇਮ ਬਣ ਗਈਆਂ, ਓਬਵੀਅਸ ਆ ਬਿਕੋਜ਼ ਕੰਟੀਨਿਊਟੀ ਹੈ, ਠੀਕ ਹੈ ਜੀ, ਕੰਟੀਨਿਊ ਹੈ। ਸੋ ਲੈਫਟ ਜਾਂ ਰਾਈਟ ਚੋਂ ਕੁਛ ਵੀ ਲਿਖ ਲਿਆ, ਫੋਰ ਐਗਜ਼ਾਮਪਲ ਆਪਾਂ ਲਿਖ ਲਿਆ x ਕਨਵਰਜਸ ਟੂ 0 ਪੋਜ਼ਿਟਿਵ f ਆਫ x, ਠੀਕ ਹੈ ਜੀ। ਹੁਣ 0 ਪੋਜ਼ਿਟਿਵ ਰਾਈਟ ਹੈਂਡ ਲਿਮਿਟ ਹੈ, ਹੁਣ ਆਹ ਚੀਜ਼ ਹੈ ਵਿੱਚ, ਆਹ ਚੀਜ਼ ਪੁੱਟ ਕਰ ਦਿਓ, ਠੀਕ ਹੈ ਜੀ। ਸਾਈਨ ਐਕਸ ਅਪੋਨ ਐਕਸ ਪਲੱਸ ਕੋਸ ਐਕਸ। ਇਸ ਤੋਂ ਬਾਅਦ ਐਫ ਆਫ 0 ਦੇ ਲਈ ਕੀ ਆ ਰਿਹਾ ਤੁਹਾਡੇ ਕੋਲ? ਕੇ ਆ ਰਿਹਾ ਬੇਟਾ, ਕੇ ਪੁੱਟ ਕਰਤਾ ਆਪਾਂ ਨੇ। ਸੋ ਹੁਣ ਦੇਖੋ ਜੇਕਰ ਤੁਸੀਂ ਲਿਮਿਟ ਦੋਗੇ ਬੱਚੇ, ਲਿਮਿਟ ਦਾ ਅਲਜੈਬਰਾ ਆਪਾਂ ਨੂੰ ਕੀ ਕਹਿੰਦਾ ਹੁੰਦਾ? ਲਿਮਿਟ ਦਾ ਅਲਜੈਬਰਾ ਆਪਾਂ ਨੂੰ ਇਹੀ ਗੱਲ ਕਹਿੰਦਾ ਨਾ ਕਿ ਜਿਹੜੀ ਲਿਮਿਟ ਹੈ ਬੱਚੇ ਉਹ ਆਪਾਂ ਪਲੱਸ ਦੇ ਵਿੱਚ ਅਲੱਗ-ਅਲੱਗ ਕਰ ਸਕਦੇ ਹਾਂ। ਮੰਨ ਲਓ ਆਪਾਂ ਲੈਟ ਐਕਸ ਕਨਵਰਜਸ ਟੂ ਏ ਐਂਡ ਐਕਸ ਪਲੱਸ ਵਾਈ ਆ ਕੁਛ ਫੋਰਮ, ਠੀਕ ਹੈ। ਦੈਨ ਉਹਨੂੰ ਕਿਵੇਂ ਲਿਖਿਆ ਜਾ ਸਕਦਾ? ਲਿਮਿਟ ਐਕਸ ਕਨਵਰਜਸ ਟੂ ਏ ਐਕਸ ਲਿਖਿਆ ਜਾ ਸਕਦਾ, ਠੀਕ ਹੈ ਜੀ। ਆਪਾਂ ਐਕਸ ਸਕੇਅਰ ਲਿਖ ਲੈਂਦੇ ਹਾਂ ਉਰੇ, ਕਿਉਂਕਿ ਨਹੀਂ ਤਾਂ ਵੇਰੀਏਬਲ ਚੇਂਜ ਹੋ ਜਾਏਗਾ ਨਾ। ਐਕਸ ਪਲੱਸ ਐਕਸ ਸਕੇਅਰ ਲਿਖ ਲਿਆ, ਐਕਸ ਕਨਵਰਜਸ ਟੂ ਏ ਐਕਸ ਵੀ ਅਲੱਗ ਕੀਤਾ ਜਾ ਸਕਦਾ, ਪਲੱਸ ਲਿਮਿਟ ਐਕਸ ਕਨਵਰਜਸ ਟੂ ਏ ਐਕਸ ਸਕੇਅਰ ਅਲੱਗ ਲਿਖਿਆ ਜਾ ਸਕਦਾ, ਠੀਕ ਹੈ ਨਾ। ਇਹ ਚੀਜ਼ ਹੈ ਲਿਮਿਟ ਦਾ ਅਲਜੈਬਰਾ। ਉਸ ਤੋਂ ਬਾਅਦ ਆਪਾਂ ਕੀ ਕਹਿ ਸਕਦੇ ਹਾਂ? ਉਰੇ ਵੀ ਉਹੀ ਚੀਜ਼ ਆਪਾਂ ਕਰਵਾ ਲਓ, ਠੀਕ ਹੈ ਜੀ। ਲਿਮਿਟ ਐਕਸ ਕਨਵਰਜਸ ਟੂ 0 ਪੋਜ਼ੀਟਿਵ ਸਾਈਨ ਐਕਸ ਅਪੋਨ ਐਕਸ, ਇਹਨੂੰ ਅਲੱਗ ਤੋਂ ਦੇ ਦਿਓ ਬੇਟੇ, ਅਤੇ ਕੋਸ ਨੂੰ ਅਲੱਗ ਤੋਂ ਲਿਮਿਟ ਦੇ ਦਿਓ, ਠੀਕ ਹੈ ਜੀ। ਕੋਸ ਨੂੰ ਅਲੱਗ ਤੋਂ ਲਿਮਿਟ ਦੇ ਦਿਓ ਇਕੁਅਲ ਟੂ ਕੇ। ਹੁਣ ਦੇਖੋ ਇੱਥੇ ਆਪਣੇ ਕੋਲ ਫੇਰ ਉਹੀ ਫੋਰਮ ਬਣ ਗਈ ਜਿਹੜੀ 1 ਬਣਾਉਂਦੀ ਹੈ, ਠੀਕ ਹੈ ਜੀ, ਆਪਾਂ ਪ੍ਰੀਵੀਅਸ ਕੀਤਾ। ਸੋ 1 ਲਿਖ ਦਈਏ ਉਰੇ ਆਪਾਂ ਡਾਇਰੈਕਟਲੀ, ਪਲੱਸ ਲਿਮਿਟ ਐਕਸ ਕਨਵਰਜਸ ਟੂ 0। ਜੇ 0 ਪੁੱਟ ਕਰਵਾਵਾਂਗੇ ਤਾਂ ਕੀ ਬਣ ਜੂ ਬੇਟਾ? ਕੋਸ 0 ਬਣ ਜੂਗਾ ਇਕੁਅਲ ਟੂ ਕੇ, ਠੀਕ ਹੈ ਜੀ। ਸੋ 1 ਪਲੱਸ ਕੋਸ 0 ਕੀ ਹੁੰਦਾ? ਆਪਾਂ ਨੂੰ ਪਤਾ ਸਾਈਨ 0 0 ਐਂਡ ਕੋਸ 0 1, ਠੀਕ ਹੈ ਜੀ। ਦੇਅਰਫੋਰ ਆਪਾਂ ਕੀ ਲਿਖ ਸਕਦੇ ਹਾਂ? 1 + 1 2। ਇਸ ਦਾ ਮਤਲਬ ਜਿਹੜੀ ਕੇ ਦੀ ਵੈਲਿਊ ਆ ਕੀ ਆ ਗਈ ਬੇਟਾ? 2 ਆ ਗਈ। ਸੋ ਕੇ ਦੀ ਵੈਲਿਊ 2, ਬੀ ਇਜ਼ ਰਾਈਟ ਆਂਸਰ, ਠੀਕ ਹੈ ਜੀ। ਇੱਥੇ ਤੱਕ ਕਲੀਅਰ ਹੋ ਗਿਆ। ਇਸ ਤੋਂ ਬਾਅਦ ਕੁਐਸਚਨ ਨੰਬਰ 4। ਕੁਐਸਚਨ ਨੰਬਰ 4 ਦੇਖੋ ਕੀ ਕਹਿ ਰਿਹਾ ਹੈ ਕਿ ਇਫ ਦੀ ਫੰਕਸ਼ਨ ਐਫ ਐਕਸ ਇਕੁਅਲ ਟੂ ਐਕਸ ਇੰਟੂ ਸਾਈਨ 1/x x not equal to 0, k x equal to 0 is continuous at x equal to 0, then the value of k, value k ਦੀ ਪਤਾ ਕਰੋ। ਹੁਣ ਦੇਖੋ ਬੇਟਾ ਇਹਦੇ ਲਈ ਕੀ ਆਪਾਂ ਰਿਜ਼ਲਟ ਕਰਾਂਗੇ, ਇਹਨੂੰ ਕੁਐਸਚਨ ਸੋਲਵ ਵੀ ਕਰ ਲੈਂਦੇ ਆ। ਵੈਸੇ ਡਾਇਰੈਕਟਲੀ ਇੱਕ ਮੈਂ ਤੁਹਾਨੂੰ ਸ਼ਾਰਟਕਟ ਦੱਸਦਾ ਇਸ ਦਾ, ਕਦੇ ਵੀ ਸਾਈਨ ਕੋਸ ਦੇ ਨਾਲ ਉੱਪਰ ਐਕਸ ਲੱਗਿਆ ਹੋਵੇ ਨਾ, ਵੇਰੀਏਬਲ ਲੱਗਿਆ ਹੋਵੇ, ਤਾਂ ਉਹਦਾ ਆਂਸਰ ਹਮੇਸ਼ਾ 0 ਹੁੰਦਾ, ਠੀਕ ਹੈ ਜੀ। ਕਦੇ ਵੀ ਉੱਪਰ ਆਪਣੇ ਕੋਲ ਐਕਸ ਸਕੇਅਰ ਐਕਸ ਕਿਊਬ ਕੁਛ ਵੀ ਲੱਗਿਆ ਹੁੰਦਾ, ਉੱਪਰ ਲੱਗਿਆ ਹੋਵੇ ਤਾਂ ਆਪਣੇ ਕੋਲ ਆਂਸਰ ਕੀ ਆ ਜਾਂਦਾ ਹੁੰਦਾ? 0 ਆ ਜਾਂਦਾ ਹੁੰਦਾ, ਜੇਕਰ ਆਪਾਂ ਨੇ 0 ਪੁਆਇੰਟ 'ਤੇ ਚੈੱਕ ਕਰਨਾ ਹਮੇਸ਼ਾ ਹੀ, ਯਾਨੀ ਕਿ ਦੀ ਵੈਲਿਊ ਡਾਇਰੈਕਟਲੀ 0 ਆ। ਓਕੇ, ਸੋ ਇਹ ਆਪਣੇ ਕੋਲ ਸੋਲੂਸ਼ਨ ਹੋਏਗਾ MCQ ਦਾ। ਵੈਸੇ ਆਪਾਂ ਸੋਲਵ ਵੀ ਕਰਕੇ ਦੇਖ ਲੈਂਦੇ ਹਾਂ। ਸੋਲਵ ਕਰੀਏ ਤਾਂ ਲਿਮਿਟ ਦੇਖੋ ਲੈਫਟ ਹੈਂਡ ਐਂਡ ਰਾਈਟ ਹੈਂਡ ਦੋਨਾਂ ਦੇ ਲਈ ਸੇਮ ਆ। ਮੰਨ ਲਓ ਮੈਂ ਰਾਈਟ ਹੈਂਡ ਲੈ ਰਿਹਾ ਤਾਂ ਐਕਸ ਕਨਵਰਜਸ ਟੂ 0 ਪੋਜ਼ੀਟਿਵ ਐਕਸ ਸਾਈਨ 1/x, ਠੀਕ ਹੈ ਜੀ, ਇਕੁਅਲ ਟੂ ਐਫ ਆਫ ਐਗਜ਼ੈਕਟ ਲਿਮਿਟ ਦੇ ਉੱਤੇ ਦੈਟ ਇਜ਼ ਕੇ, ਠੀਕ ਹੈ ਜੀ। ਹੁਣ ਆਪਾਂ ਜਲਦੀ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ, ਪਿੱਛੇ ਤੁਸੀਂ ਸਮਝ ਚੁੱਕੇ ਹੋ ਬੇਟਾ। ਹੁਣ ਦੇਖੋ ਹੁਣ ਆਪਾਂ ਗੱਲ ਕਰੀਏ ਐਕਸ ਹੈ ਜਿਹੜਾ ਕਨਵਰਜਸ ਟੂ 0, ਜੇਕਰ ਆਪਾਂ ਲਿਮਿਟ ਪੁੱਟ ਕਰ ਲਈਏ, ਠੀਕ ਹੈ ਜੀ, ਜੇਕਰ ਆਪਾਂ ਲਿਮਿਟ ਪੁੱਟ ਕਰੀਏ ਇਸ ਦੀ ਡਾਇਰੈਕਟਲੀ 0 ਬਣ ਜਾਏਗਾ। ਜੇ ਆਪਾਂ ਲਿਮਿਟ ਪੁੱਟ ਨਾ ਵੀ ਕਰੀਏ, ਆਪਾਂ ਇਹਨੂੰ ਬਣਾਈਏ ਜਿਵੇਂ ਆਪਾਂ ਪਹਿਲਾਂ ਬਣਾ ਰਹੇ ਹਾਂ ਬੇਟਾ, ਠੀਕ ਹੈ ਜੀ, ਜਿਵੇਂ ਆਪਾਂ ਪਹਿਲਾਂ ਬਣਾ ਰਹੇ ਹਾਂ, ਤਾਂ ਇਸ ਦਾ ਆਂਸਰ ਨਹੀਂ ਆਏਗਾ। ਇਹਦੇ ਨੀਚੇ ਨਹੀਂ 1/x ਆਪਾਂ ਕਰਾਂਗੇ ਕਿਉਂਕਿ ਪ੍ਰੋਡਕਟ ਦੇ ਵਿੱਚ ਆਪਣੇ ਕੋਲ ਇੱਕ ਵੇਰੀਏਬਲ ਆ। ਓਕੇ, ਸੋ ਹੁਣ ਆਪਾਂ ਨੇ ਇਹਨੂੰ ਕਿਵੇਂ ਸੋਲਵ ਕਰਨਾ? ਹਮੇਸ਼ਾ ਯਾਦ ਰੱਖਣਾ, ਜੇਕਰ 0 ਉੱਪਰ ਆ ਗਈ, ਵੈਲਿਊ ਪੁੱਟ ਕਰ ਰਹੇ ਹਾਂ ਲਿਮਿਟ ਦੀ, 0 ਉੱਪਰ ਆ ਗਈ, ਆਹ ਅਲੱਗ ਫੰਕਸ਼ਨ ਆ ਦੇਖੋ ਟ੍ਰਿਗਨੋਮੈਟ੍ਰਿਕ, ਇਹ ਅਲੱਗ ਆ ਅਲਜੈਬਰਿਕ, ਠੀਕ ਹੈ। ਹੁਣ ਪੁਟਿੰਗ ਕਰਾਂਗੇ 0, ਪਹਿਲਾਂ 0 ਬਣੂਗੀ, ਜੇਕਰ 0 ਬਣ ਗਈ ਇਸ ਤੋਂ ਬਾਅਦ ਬੇਟਾ ਇਹਨੇ ਤਾਂ 0 ਹੋ ਹੀ ਜਾਣਾ, 0 ਨਾਲ ਪ੍ਰੋਡਕਟ ਕਰਵਾ ਕੇ ਲਿਮਿਟ ਪੁੱਟ ਕਰਵਾਵਾਂਗੇ ਨਾ, 0 ਹੋ ਗਈ ਇਹ ਤਾਂ ਇਹਨੇ ਤਾਂ ਪ੍ਰੋਡਕਟ ਕਰਵਾ ਕੇ 0 ਹੋ ਹੀ ਜਾਣਾ ਤੁਹਾਡਾ, ਠੀਕ ਹੈ ਜੀ, ਇਜ਼ ਇਕੁਅਲਸ ਟੂ ਕੇ। ਸੋ ਪੁੱਟ ਕਰ ਦਿਓ ਡਾਇਰੈਕਟਲੀ ਤਾਂ 0 ਇਜ਼ ਇਕੁਅਲਸ ਟੂ ਕੇ, ਇਸ ਦਾ ਮਤਲਬ ਕੇ ਇਕੁਅਲਸ ਟੂ 0, ਠੀਕ ਹੈ ਜੀ। ਡਾਇਰੈਕਟਲੀ ਯਾਦ ਵੀ ਰੱਖ ਸਕਦੇ ਹੋ, ਡੀ ਹੈ ਜਿਹੜਾ ਇਹਦਾ ਤੁਹਾਡੇ ਕੋਲ ਆਂਸਰ ਹੋ ਜਾਊਗਾ। ਇਸ ਤੋਂ ਬਾਅਦ ਕੁਐਸਚਨ ਨੰਬਰ 5 ਬੇਟਾ। 5 ਨੰਬਰ ਦੇਖੋ ਕੀ ਕਹਿ ਰਿਹਾ ਹੈ, ਇਫ ਐਫ ਐਕਸ ਇਕੁਅਲ ਟੂ mx + 1, ਦੇਖੋ
एफ एक्स की वैल्यू की गिवन है एम एक्स प्लस 1 इफ एक्स लैस दैन और इक्वल टू पाई बाई 2 साइन एक्स प्लस एन इफ एक्स ग्रेटर दैन पाई बाई 2 इज़ कंटीन्यूअस एट एक्स इक्वल टू पाई बाई 2 दैन आप रिलेशन पता करना कि एम की वैल्यू या एन की वैल्यू कितनी आएगी जेकर ये चीज़ गिवन है ये चीज़ की है कंटीन्यू आ हुण ध्यान दो बेटा लैफ्ट हैंड राइट हैंड लिमिट थोड़ी चेंज हो जाएगी आ ग्रेटर दैन के लिए है ना पाई बाई 2 तो चैक कर रहे हैं नो प्रॉब्लम बट आ ग्रेटर दैन के लिए इसलिए आ चीज़ राइट हैंड देन लग जूगी आपां नूं ये लैस दैन है इसका मतलब ये लैफ्ट हैंड भी दू ये इक्वल टू भी है इसका मतलब ये एग्जैक्ट पॉइंट पाई बाई 2 के उत्ते भी रिजल्ट दूगी ठीक है जी हुण तिन्ने चीज़ें इक्वल ने अपने कोल जे तिन्ने चीज़ें इक्वल ने आ देखो क्योंकि अपने कोल कंटीन्यूअस गिवन है ना बेटा जे कंटीन्यूअस गिवन है तो इसका मतलब लैफ्ट हैंड इक्वल टू राइट हैंड इक्वल टू एफ ऑफ एट पाई बाई 2 ओके सो आप लिख सकते हैं तिन्नों बराबर लिख सकते हैं चाहे दो बराबर लिख लो आंसर सेम ही आएगा बेटा लैफ्ट हैंड राइट नूं फॉर एग्जांपल आप बराबर लिख लीए तो अपने कोल की आ जाएगा लिमिट एक्स कन्वर्जिस टू पाई बाई 2 नैगेटिव लैफ्ट के लिए की है हुण लैफ्ट लिए आ चीज़ आप लवांगे ना बेटा दैट इज़ एम एक्स प्लस 1 ठीक है इस बाद राइट लिमिट चैक कर लो राइट के लिए चैक करांगे डायरैक्टली कर लें राइट भी इक्वल टू रख के ठीक है क्योंकि कंटीन्यू है तो इक्वल ही रख लें नो प्रॉब्लम हुण लैफ्ट के लिए तो इक्वल के लिए दोहां के लिए सेम है बेटा याद रखना लैफ्ट तो इक्वल के लिए दोहां लिए आ चीज़ आ गई तुहाडे कोल क्योंकि गिवन है आपनूं सो राइट के लिए की आ रहा अपने कोल साइन एक्स पाई बाई 2 पॉजिटिव साइन एक्स प्लस एन ठीक है जी हुण देखो लिमिट आप पुट करो बेटा जेकर आप लिमिट पुट कर दीए पाई बाई 2 इत्थे एक्स पुट हो जाऊगा तो एम इंटू पाई बाई 2 प्लस 1 इक्वल टू हुण ध्यान दो पाई बाई 2 साइन दे विच पाई बाई 2 पुट हो जाऊगा बेटा ठीक है जी प्लस एन दे विच तो कुछ नहीं पुट होना सो इक्वल टू देखो एम पाई बाई 2 प्लस 1 इक्वल टू साइन पाई बाई 2 साइन 0 साइन पाई बाई 2 की होंगे बेटा 1 होंगे सो 1 लिख सकते हैं प्लस एन हुण देखो 1 दे नाल 1 कैंसल हो गया नो प्रॉब्लम सो अपने कोल की बचिया अपने कोल बचिया बेटा ये एम इंटू पाई बाई 2 इक्वल्स टू एन सो इनू ध्यान दे विच रखो आपां की बचिया एम इंटू पाई बाई 2 इक्वल टू एन हुण देखो आपां की कर सकते हैं बेटा इहदा रिलेशन बनाने के लिए एम की वैल्यू आ ठीक है जी एम की वैल्यू में आप देख लो की बन रही है एम की वैल्यू आप लईए जेकर तो आप कह सकते हैं कि एन इधर हैगा ही है तो पाई बाई 2 इधर जाके की बन जू 2y पाई ठीक है जी उल्ट के की बन जूगा बेटा 2y पाई यानी कि एम की वैल्यू बन रही है 2n अपॉन पाई एम की वैल्यू की बन रही है बेटा 2n अपॉन पाई हुण आपां नूं देखना पैना कि ये है या नहीं है आंसर ठीक है जी मैं जानबूझ के ये चीज़ एम की वैल्यू कड्डी है ठीक है जी इसका आंसर आएगा एन की वैल्यू बट एम की वैल्यू देखो हुण एम की वैल्यू 2n अपॉन पाई आ रही है नहीं कितने भी नहीं दिख रही बेटा ये वैल्यू तो आपां नूं ठीक है जी सो आपां नूं हुण की करना पेगा हुण इहदा सल्यूशन आपां नूं थोड़ा जिहा अलग तो करना पਊ किवें इहनूं आपां की करिए बच्चे आ चीज़ नूं पकड़ के चलो आ चीज़ की है अपने कोल ये चीज़ है कि एम पाई बाई 2 इक्वल्स टू एन ठीक है हुण इसनूं आपां एम की वैल्यू तो कढ़ ली एन की कढ़ लैंदे बच्चे आपां ठीक है जी हुण एन की वैल्यू के लिए अपने कोल की रिजल्ट आ ध्यान दो एन की वैल्यू लिए रिजल्ट की है इक्वल टू एम पाई नूं मल्टीप्लाई कर दिए नीचे 2 आ जाएगा सॉल्व हो गया बच्चे आ चीज़ सी ठीक है जी सो आपां ने की करना दो ही चीज़ां देखणियां ने सारियां चीज़ां देखणियां ने या तुसीं डायरैक्टली उरों पिक कर सकते सीगे जेकर उरे आपां नूं दिख जांदा कि एम पाई अपॉन 2 इक्वल टू एन आ ठीक है जी डायरैक्टली भी पिक कर सकते सी कि अपना आंसर आ गया ठीक है आपां इहनूं मोल्ड करके भी देख लिया ठीक है जी जिवें भी आपां ने करके यानी आंसर आपां नूं मैच करना सी अपना ठीक है जी मेन पर्पज सीगा सो 5 नंबर क्वेश्चन भी तुहाडा सॉल्व हो गया इस बाद क्वेश्चन नंबर 6 देखो बेटा 6 नंबर क्वेश्चन की कह रहा है 6 नंबर क्वेश्चन है जिहड़ा तुहाडा ये है ग्रेटेस्ट इंटीजर फंक्शन ग्रेटेस्ट इंटीजर फंक्शन तुसीं +1 दे विच कीता होया ठीक है जी सो ग्रेटेस्ट इंटीजर फंक्शन दे नाल ही रैलीवेंट है ये क्वेश्चन सो इस लई कुछ रिजल्ट्स ने जिहड़े पहलां देखो ग्रेटेस्ट इंटीजर दे रिजल्ट की हुंदे ने बेटा कोई भी ग्रेटेस्ट इंटीजर फंक्शन आ देखो फर्स्टली जिहड़ा ग्रेटेस्ट इंटीजर फंक्शन है ना कोई भी एक मान लो एक लाइन है 0 1 2 ठीक है जी कुछ है नैगेटिव जा रही है कुछ भी हुण ग्रेटेस्ट इंटीजर फंक्शन इंटीजर्स के लिए तो कंटीन्यू कदे भी नहीं होंगे इंटीजर्स के लिए यानी कि 1 2 3 -1 2 ये सारे इंटीजर्स होंगे ने जिहड़े दूसरे ने 1/2 या डेसीमल दे विच हुंदा रैशनल इरैशनल ठीक है इन्हां दे लिए वैलिड है ठीक है किवें
ਮੰਨ ਲਓ 1.5 ਦੀ ਗੱਲ ਕਰ ਰਹੇ ਹਾਂ ਆਪਾਂ, ਇੱਥੇ ਇੱਕ 1.5 ਲੈ ਲਿਆ। ਹੁਣ ਜਿਹੜਾ 1.5 ਆ, ਜੇਕਰ ਗ੍ਰੇਟੈਸਟ ਇੰਟੀਜਰ ਦੀ ਗੱਲ ਕਰਦੇ ਹਾਂ, ਹਮੇਸ਼ਾ ਬੈਕ ਦਾ ਇੰਟੀਜਰ ਚੱਕ ਲੈਂਦਾ ਹੁੰਦਾ, ਉਹ ਬੈਕ ਦਾ ਇੰਟੀਜਰ ਚੱਕ ਲੈਂਦਾ ਹੁੰਦਾ। 1.5 ਯਾਨੀ 1 ਤੋਂ ਅੱਗੇ ਜਾ ਰਿਹਾ, ਪਰ ਪਿਛਲਾ ਬੈਕ ਦਾ ਇੰਟੀਜਰ ਚੱਕਣਾ, ਦੈਟ ਇਜ਼ 1। ਠੀਕ ਹੈ ਜੀ, ਯਾਨੀ ਇਹਦਾ ਆਂਸਰ ਕੀ ਆ ਜਾਊਗਾ, ਗ੍ਰੇਟੈਸਟ ਇੰਟੀਜਰ ਦੇ ਵਿੱਚ ਜੇਕਰ ਮੈਂ ਨਾ 1.5 ਲਿਖ ਦੇਵਾਂ ਤਾਂ ਉਹਦਾ ਆਂਸਰ ਆਊਗਾ ਬੇਟਾ 1। ਠੀਕ ਹੈ ਜੀ, ਬੈਕ ਦਾ ਇੰਟੀਜਰ ਉਹਨੇ ਚੱਕ ਲੈਣਾ। ਸੋ GIF यानी कि ग्रेटेस्ट इंटीजर फंक्शन है जो रिजल्ट्स में बहुत ध्यान नाल देखना है। ग्रेटेस्ट इंटीजर फंक्शन इज कंटीन्यूअस एट ऑल पॉइंट्स एक्सैप्ट इंटीजर्स तो बिना, यानी कि ग्रेटेस्ट इंटीजर है जोड़ा वो एवें दी फॉर्म च नहीं होना चाहिए कदे भी 2 3 या -3 -2 कुछ भी, यानी कि इंटीजर्स के विच नहीं आपां इसनूं डील करांगे। ठीक है जी, उस तो बाद इन GIF ग्रेटेस्ट इंटीजर फंक्शन टेक बैक वैल्यू, थोड़ा मैं दस चुकिया बैक वैल्यू लैनी है। इस बाद तीजी गल है जी, वो है ग्रेटेस्ट इंटीजर फंक्शन इज डिसकंटीन्यूअस एट ऑल इंटीजर्स। सो सारे इंटीजर्स के लिए की हो जाएगा, डिसकंटीन्यूअस हो जाएगा। उपर मैं यही गल कही है कि कंटीन्यूअस है सारिਆਂ ਦੇ ਲਈ, पूरी R ਦੇ ਲਈ कंटीन्यूअस है, नो प्रॉब्लम। बस कितों बिना इंटीजर्स ਨੂੰ माइनस कर दो ਵਿੱਚੋਂ, इंटीजर्स नहीं ਲੈਣੇ। ठीक है जी, इंटीजर्स के उत्ते की है ये डिसकंटीन्यू है। ठीक है जी, हुण ईजिली क्वेश्चन हो जाऊगा तुहाडा ये। ठीक है जी, सो क्वेश्चन देखो, द फंक्शन fx इक्वल टू x इंटीजर वेयर x है जिहड़ा वो की है डिनोट करदा बेटा ग्रेटेस्ट इंटीजर फंक्शन नूं, इज कंटीन्यूअस एट। हुण कंटीन्यूअस तुहानूं पता कि ये फंक्शन कंटीन्यूअस सारिਆਂ ਲਈ इंटीजर्स ते नहीं हैगा, 4 की है इंटीजर्स है, सो ये कंटीन्यूअस नहीं हो सकता। तो 2b की है 1, ये भी इंटीजर है, इतने भी नहीं। -2 भी इंटीजर है, इतने भी नहीं कंटीन्यू हो सकता। सो ये इंटीजर नहीं है, इसलिए इसके उत्ते अपने कोल 1.5 डेसीमल है, इसके उत्ते अपने कोल ये फंक्शन की हो जाऊगा बेटा, कंटीन्यूअस हो जाऊगा। ठीक है जी, नाउ सेवंथ क्वेश्चन के लिए देखो, द नंबर ऑफ पॉइंट्स एट विच द फंक्शन fx इक्वल टू 1/x माइनस x इंटीजर इज नॉट कंटीन्यूअस इज। हुण आपां ने पता करना है कि यह किहड़े पॉइंट के उत्ते नॉट कंटीन्यूअस है बेटा। ठीक है जी, नॉट कंटीन्यूअस। हुण देखो आपां जेकर चैक करिए ग्रेटेस्ट इंटीजर पे है ये। ठीक है जी, सिंपली हो जाएगा क्वेश्चन भी, ग्रेटेस्ट इंटीजर है। जे ग्रेटेस्ट इंटीजर पे आपां नूं पता ग्रेटेस्ट इंटीजर किहदे उत्ते नॉट कंटीन्यूअस है, नॉट कंटीन्यूअस किहदे उत्ते आ बच्चे, ऑल इंटीजर्स के उत्ते नॉट कंटीन्यूअस है। आप नोट भी पढ़िया, ऑल इंटीजर्स के लिए नॉट कंटीन्यूअस है। इत्थे की दिता 1 दिता, एक इंटीजर दिता आपां नूं, इत्थे भी एक इंटीजर देता 2 नाम का, इत्थे 3 नाम का एक इंटीजर देता। आए थोड़ी भी कल्ले कल्ले दे उत्ते इंटीजर के उत्ते ये फंक्शन है जिहड़ा, ठीक है जी, डिसकंटीन्यू है या नॉट कंटीन्यूअस, ये सारे इंटीजर्स लिए डिसकंटीन्यूअस है। सो इत्थे आंसर थोड़ा नन आऊगा बेटा। 1 2 के उत्ते नहीं कल्ले, तो 1 2 प्लस माइनस यानी +1 +2 -1 -2 +3 -3 0 सारे दे लिए जिहड़ा है डिसकंटीन्यू है। ठीक है जी, सो आप कह देंगे कि नन, ये कोई आंसर नहीं, बिकॉज जिहड़ा ये फंक्शन है ये सारे इंटीजर्स के लिए की है बच्चे नॉट कंटीन्यूअस। इस तो बाद आप क्वेश्चन नंबर नैक्सट करते हैं 8th के लिए। आप कुछ रिजल्ट करो, पहला रिजल्ट्स की ने बहुत ध्यान नाल देख लियो। साइन एक्स कॉस एक्स ये हमेशा कंटीन्यूअस होंगे ने, ये भी याद रखना आपने, MCQ ही है भी थोड़ा आराम के क्वेश्चन बन जाता। ठीक है जी, एग्जाम के साइन एक्स से कॉस एक्स कंटीन्यूअस एवरीवेयर होएगा, बट टैन एक्स इज डिसकंटीन्यूअस। टैन एक्स सारे कितने कंटीन्यूअस हो, बट डिसकंटीन्यूअस किहड़े सैट ते होगा, डिसकंटीन्यूअस किहड़े सैट ते होएगा 2n + 1 π/2 एंड सच दैट n बिलोंग्स टू इंटीजर्स पुट करके अब देखी जाइए सारिया वैल्यूज़ से की हो जाएगा डिसकंटीन्यूअस। कोट एक्स का किहड़ा सैट है जिहदे उत्ते डिसकंटीन्यू आ, x इक्वल टू n पाई, n बिलोंग्स टू इंटीजर्स। सो हुण इहदे नाल ही रिलेटेड क्वेश्चन देख लो आपां। 8 नंबर क्वेश्चन, द फंक्शन गिवन बाय fx इक्वल टू tan x इज डिसकंटीन्यूअस ऑन द सैट। हुण आपां नूं पता है डिसकंटीन्यू किहड़े सैट ते है, डिसकंटीन्यू किहड़े सैट ते बच्चे 2n + 1 π/2 दे उत्ते। सो C इज अवर आंसर। ठीक है जी, सी आंसर आ गया। इस बाद 9th क्वेश्चन की कह रहा है, द फंक्शन गिवन बाय fx इक्वल टू cot x इज डिसकंटीन्यूअस ऑन दिस सैट। हुण cot x किहदे उत्ते डिसकंटीन्यू है, वो भी पढ़िया होया आपां ने बेटा, किहदे उत्ते है x इक्वल टू n पाई। ठीक है जी, सो किहड़ा अपने कोल उरे x इक्वल टू n पाई। ठीक है, इसका मतलब थोड़े कोल की आंसर आ गया बेटा, B आंसर आ गया। ठीक है जी, इस तो बाद लास्ट क्वेश्चन देखो 10th का सोल्यूशन करते हैं आप। कहते कि इफ fx इक्वल टू 2x + tan x सारे दे नीचे बच्चे x है। ठीक है जी, इज कंटीन्यूअस, एक कंटीन्यूअस का फंक्शन, कंटीन्यूअस का तो एक गल मिल गई अपन बच्चे, कंटीन्यूअसली की गल मिल गई कि लैफ्ट हैंड राइट हैंड एंड एट पॉइंट, किहड़ा पॉइंट है 0, ये उत्ते कंटीन्यूअस है तो सारे बराबर ने। बाय डिफाइनिंग fx, तो कहता fx पता करो। ठीक है, fx एट 0
एफ एक्स एट जीरो आ बच्चे पता करनी हुण आपां, यानी ਇਹਦਾ मतलब की लै लेना एफ ऑफ जीरो लै लेना, ਇਹਦਾ मतलब ਜਿਹੜੀ वैल्यू ਦਿੱਤੀ ਹੁੰਦੀ ਹੈ, ठीक है जी, ਉਹ ਚੀਜ਼ पता करनी ਹੁੰਦੀ ਹੈ ਆਪਾਂ ने। सो एफ ऑफ जीरो पता करनी है ਆਪਾਂ ने, ठीक है जी। ਹੁਣ ਜੇ एफ ऑफ जीरो पता करनी है, चाहे लैफ्ट लै लो चाहे राइट लै लो, क्योंकि कंटीन्यूअस ही है, बराबर भी आ जाऊगा एफ ऑफ जीरो दे, इक्वल टू एफ ऑफ जीरो राइट लै ली मान लो आप, ठीक है जी। लिमिट एक्स कन्वर्जिस टू आप जीरो पॉजिटिव कह सकते हैं। तो आह वाली वैल्यू देखो बेटा, हुण किहड़ी वैल्यू अपने कोल 2x प्लस टैन एक्स अपॉन एक्स। हुण कल्ले कल्ले नीचे आप एक्स दे सकते हैं, 2x नीचे भी एक्स आ सकता, टैन एक्स नीचे भी एक्स आ सकता। सो किमें लिखा जा सकता, लिमिट एक्स कन्वर्जिस टू जीरो पॉजिटिव, जे 2x के नीचे आप एक्स लिख लीए एवें हो जाएगा बेटा, प्लस हुण लिमिट है जी अलग अलग भी दी जा सकती है, तुहानूं दस्सिआ मैं, ठीक है जी। तो आप की लिख सकते हैं बच्चे टैन एक्स अपॉन एक्स लिख सकते हैं, ठीक है जी, इक्वल टू की हो गया एफ ऑफ जीरो। सो इतने डिवाइड कर दो बच्चे, 2 बन गया, 2 हुण एक्स कन्वर्जिस टू जीरो कि उत्ते पुट करांगे, लिमिट किसी भी नहीं हो सकती क्योंकि कॉन्सटेंट वैल्यू रहेगी, दैट इज़ 2, ठीक है जी। प्लस हुण आह वाली वैल्यू है जी तुहानूं मैं पिछे रिजल्ट करवाया कि 1 होंदी है, इक्वल टू एफ ऑफ जीरो। सो 2 + 1 3, इसका मतलब अपने कोल जी एफ ऑफ जीरो की वैल्यू है की आ गई बेटा 3 आ गई। सो डी इज़ अवर आंसर, ठीक है जी। सो इत्थे तक आपने करने सीगे एज MCQs। थैंक यू बेटा।